ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੰਮੂ ਕਸ਼ਮੀਰ ਵਿੱਚ ਸਿੱਖ ਧਰਮ ਅਤੇ ਇਤਿਹਾਸ ਨਾਲ ਸੰਬੰਧਿਤ ਤੀਰਥ ਆਸਥਾ ਦੀ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਦਾ ਜ਼ਿਕਰ ਅਤੇ ਚਿੱਤਰ ਸਾਡੇ ਮਨ ਦੇ ਪਰਦੇ ਤੇ ਆਪ ਮੁਹਾਰੇ ਹੀ ਉੱਕਰ ਆਉਂਦਾ ਹੈ। ਸ਼੍ਰੋਮਣੀ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਸਿੱਖ ਪ੍ਰਚਾਰ ਅਤੇ ਪ੍ਰਸਾਰ ਦਾ ਵਾਹਿਦ ਡੇਰਾ ਹੈ। ਸਾਧ ਸੰਗਤ, ਜਿਨ੍ਹਾਂ ਦੇ ਪੂਰਵਜਾਂ ਸੰਤ ਭਾਈ ਫੇਰੂ ਸਿੰਘ ਜੀ, ਸੰਤ ਭਾਈ ਪੰਜਾਬ ਸਿੰਘ ਜੀ ਅਤੇ ਸੰਤ ਭਾਈ ਰੋਚਾ ਸਿੰਘ ਜੀ ਨੂੰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਬਾਰਕ ਕਰ ਕਮਲਾਂ ਦੁਆਰਾ ਅੰਮ੍ਰਿਤ ਪਾਨ ਕਰਨ ਦਾ ਗੌਰਵ ਪ੍ਰਾਪਤ ਹੈ। ਅੱਜ ਅਸੀਂ ਡੇਰਾ ਸਾਹਿਬ ਦੇ ਇਤਿਹਾਸ 'ਚੋਂ ਕੁਝ ਐਸੇ ਸਮੇਂ ਬਾਰੇ ਗੱਲ ਕਰਾਂਗੇ ਸਾਧ ਸੰਗਤ, ਜਦੋਂ ਪਾਕਿਸਤਾਨ ਫੌਜ ਨੇ ਕਬਾਇਲੀਆਂ ਦੀ ਮਦਦ ਨਾਲ ਇੱਥੇ ਹਮਲਾ ਕਰ ਦਿੱਤਾ। ਐਸੇ ਸੂਰਬੀਰਾਂ ਬਾਰੇ ਜਾਣਾਂਗੇ ਜਿਨ੍ਹਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡੇਰਾ ਸਾਹਿਬ ਦੀ ਅਜ਼ਮਤ ਨੂੰ ਦੁਸ਼ਮਣ ਦੇ ਹਮਲੇ ਸਮੇਂ ਬਚਾਈ ਰੱਖਿਆ। ਉਸ ਤੋਂ ਪਹਿਲਾਂ ਛੋਟਾ ਜਿਹਾ ਚਾਨਣ ਸ਼੍ਰੋਮਣੀ ਡੇਰਾ ਸਾਹਿਬ ਦੇ ਇਤਿਹਾਸ ਬਾਰੇ। 1699 ਦੀ ਵਿਸਾਖੀ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਚੌਣ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀਂ ਜਿਨ੍ਹਾਂ 25 ਬ੍ਰਹਮ ਆਤਮਾਵਾਂ ਗੁਰੂ ਦੇ ਪਿਆਰਿਆਂ ਗੁਰਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਹੋਈ। ਸਾਧ ਸੰਗਤ, ਉਹਨਾਂ ਵਿੱਚੋਂ ਸ਼੍ਰੋਮਣੀ ਡੇਰਾ ਸਾਹਿਬ ਦੇ ਪਹਿਲੇ ਮਹਾਂਪੁਰਸ਼ ਸੰਤ ਭਾਈ ਫੇਰੂ ਸਿੰਘ ਜੀ ਵੀ ਸਨ। ਖੰਡੇ ਦੀ ਪਾਹੁਲ ਪ੍ਰਾਪਤ ਕਰਨ ਉਪਰੰਤ ਗੁਰੂ ਸਾਹਿਬ ਜੀ ਨੇ ਸੰਤ ਭਾਈ ਫੇਰੂ ਸਿੰਘ ਜੀ ਨੂੰ ਪਹਾੜ ਦੇਸ਼ ਜੰਮੂ ਕਸ਼ਮੀਰ ਸਿੱਖ ਪ੍ਰਚਾਰ ਲਈ ਭੇਜਿਆ। ਗੁਰੂ ਸਾਹਿਬ ਦੇ ਆਦੇਸ਼ ਮੁਤਾਬਿਕ ਸੰਤ ਜੀ ਨੇ ਪਿਸ਼ਾਵਰ, ਪੁੰਛ, ਮੁਜ਼ੱਫਰਾਬਾਦ, ਕਸ਼ਮੀਰ, ਰਾਵਲਪਿੰਡੀ ਦੇ ਇਲਾਕਿਆਂ ਵਿੱਚ ਪ੍ਰਚਾਰ ਕਰਕੇ ਲੋਕਾਂ ਨੂੰ ਅੰਮ੍ਰਿਤਧਾਰੀ ਬਣਾਇਆ। ਆਪ ਜੀ ਨੇ ਆਪਣੇ ਪਿੰਡ ਰਜੋਈਆਂ, ਜ਼ਿਲ੍ਹਾ ਹਜ਼ਾਰਾ ਕੇਂਦਰ ਕਾਇਮ ਕਰਕੇ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਰਹੇ। ਆਪ ਜੀ ਤੋਂ ਬਾਅਦ ਸੰਤ ਭਾਈ ਪੰਜਾਬ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਸੰਤ ਪ੍ਰਣਾਲੀ ਦੇ ਦੂਜੇ ਸੰਤ ਸਨ। ਤਲਵੰਡੀ ਸਾਬੋ ਵਿਖੇ ਗੁਰੂ ਜੀ ਦੇ ਹੱਥੀਂ ਆਪ ਜੀ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਛਤਰ ਕੈਲਾਸ਼ ਦੀ ਉੱਚੀ ਚੋਟੀ ਜ਼ਿਲ੍ਹਾ ਮੁਜ਼ੱਫਰਾਬਾਦ ਡੇਰਾ ਸਥਾਪਿਤ ਕਰਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਔਰ ਗੁਰਬਾਣੀ ਨਾਲ ਜੋੜਿਆ। ਇਸ ਪੀੜ੍ਹੀ ਦੇ ਤੀਜੇ ਮਹਾਨ ਸੰਤ ਭਾਈ ਰੋਚਾ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ 114 ਵਰ੍ਹਿਆਂ ਦੀ ਲੰਮੇੜੀ ਉਮਰ ਵਿੱਚ 100 ਸਾਲ ਤੋਂ ਵੱਧ ਸਮਾਂ ਸ਼੍ਰੋਮਣੀ ਡੇਰੇ ਦੇ ਮੁਖੀ ਦੀ ਹੈਸੀਅਤ ਨਾਲ ਸਾਧ ਸੰਗਤ ਬਾਖੂਬੀ ਸਿੱਖ ਪ੍ਰਚਾਰ ਦੀ ਸੇਵਾ ਨਿਭਾਈ ਅਤੇ ਛਤਰ ਕੈਲਾਸ਼ ਤੋਂ ਡੇਰਾ ਰਾਵਲਾਕੋਟ, ਪੁੰਛ ਆਦਿ ਕਾਇਮ ਕੀਤਾ। ਸੰਤ ਭਾਈ ਮੇਲਾ ਸਿੰਘ ਜੀ ਇਸ ਸੰਤ ਪ੍ਰਣਾਲੀ ਦੇ ਚੌਥੇ ਮਹਾਂਪੁਰਸ਼ ਹੋਏ ਹਨ। ਸੰਤ ਭਾਈ ਰੋਚਾ ਸਿੰਘ ਜੀ ਨੇ ਆਪ ਜੀ ਨੂੰ ਹਰ ਪੱਖੋਂ ਸੰਪੂਰਨ ਜਾਣ ਕੇ ਆਪਣੇ ਥਾਂ ਦੇਰੀ ਸਾਹਿਬ ਰਾਵਲਾਕੋਟ ਵਿਖੇ ਸ਼੍ਰੋਮਣੀ ਡੇਰੇ ਦਾ ਮੁਖੀ ਥਾਪਿਆ ਅਤੇ ਪੁੰਛ ਸ਼ਹਿਰ ਦੇ ਚੜ੍ਹਦੇ ਵੱਲ ਡੇਰਾ ਸਥਾਪਿਤ ਕਰਨ ਦਾ ਹੁਕਮ ਕੀਤਾ। ਹੁਕਮ ਮੰਨੀਏ ਹੋਵੇ ਪ੍ਰਵਾਨ। ਸਾਧ ਸੰਗਤ ਜੀ, ਠਾਕੁਰ ਭਾਈ ਮੇਲਾ ਸਿੰਘ ਜੀ ਨੇ ਸੰਤ ਰੋਚਾ ਸਿੰਘ ਜੀ ਦੇ ਬਚਨ ਅਨੁਸਾਰ ਪੁੰਛ ਸ਼ਹਿਰ ਦੇ ਚੜ੍ਹਦੇ ਵੱਲ ਦਰਿਆਏ ਕਿਸ਼ਨ ਗੰਗਾ ਦੀ ਸ਼ਾਖ ਦਰੁੰਗਲੀ ਨਦੀ ਦੇ ਨਾਲ ਨੰਗਾਲ ਜੰਗਲ ਕਟਵਾ ਕੇ ਸੁੰਦਰ ਗੁਰਦੁਆਰਾ ਸਾਹਿਬ ਬਣਵਾਇਆ ਅਤੇ ਸੰਨ 1803 ਦੀ ਵਿਸਾਖੀ ਦੇ ਦਿਨ ਗੁਰਮਤ ਸੰਮੇਲਨ ਸਦਕਾ ਇਸ ਪਾਵਨ ਅਸਥਾਨ ਦਾ ਨਾਂ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਰੱਖਿਆ। ਉਸ ਸਮੇਂ ਤੋਂ ਅੱਜ ਤੱਕ ਇਹ ਪਾਵਨ ਅਸਥਾਨ ਸਾਧ ਸੰਗਤ ਜੀ ਸਿੱਖ ਪ੍ਰਚਾਰ ਅਤੇ ਪ੍ਰਸਾਰ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਦਾ ਚਲਾ ਆ ਰਿਹਾ ਹੈ। ਆਓ ਹੁਣ ਜਾਣੀਏ ਕਿਨ ਹਾਲਾਤਾਂ ਅੰਦਰ ਪੁੰਛ ਜ਼ਿਲ੍ਹਾ ਔਰ ਸ਼੍ਰੋਮਣੀ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਵਿਖੇ ਕਬਾਇਲੀਆਂ ਦਾ ਹਮਲਾ ਹੋਇਆ ਅਤੇ ਕਿਵੇਂ ਬਹਾਦਰ ਸੂਰਬੀਰਾਂ ਨੇ ਡੇਰਾ ਸਾਹਿਬ ਦੀ ਰਾਖੀ ਕੀਤੀ। 15 ਅਗਸਤ 1947 ਵਿੱਚ ਭਾਰਤ ਦੇਸ਼ ਆਜ਼ਾਦ ਤਾਂ ਹੋਇਆ ਸਾਧ ਸੰਗਤ, ਪਰ ਇਸ ਆਜ਼ਾਦੀ ਲਈ ਦੇਸ਼ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ। ਅੰਗਰੇਜ਼ੀ ਸ਼ਾਸਕਾਂ ਨੇ ਜੰਮੂ ਕਸ਼ਮੀਰ ਦੀ ਪਵਿੱਤਰ ਧਰਤੀ ਦੀ ਸਦੀਆਂ ਪੁਰਾਣੀ ਜੁਗਰਾਫੀਆ ਇਕਾਈ ਨੂੰ ਦੋ ਹਿੱਸਿਆਂ ਹਿੰਦੁਸਤਾਨ ਪਾਕਿਸਤਾਨ ਵਿੱਚ ਵੰਡ ਕੇ ਆਉਣ ਵਾਲੀ ਪੀੜ੍ਹੀਆਂ ਨੂੰ ਫਿਰਕਾ ਪ੍ਰਸਤੀ ਦਾ ਸੰਤਾਪ ਭੋਗਣ ਲਈ ਛੱਡ ਦਿੱਤਾ। ਆਏ ਦਿਨ ਜੰਮੂ ਕਸ਼ਮੀਰ ਵਿੱਚ ਖਾਸ ਕਰਕੇ ਪੁੰਛ, ਮੁਜ਼ੱਫਰਾਬਾਦ ਦੇ ਇਲਾਕਿਆਂ ਵਿੱਚ ਬਗਾਵਤ ਦੀਆਂ ਘਟਨਾਵਾਂ ਆਮ ਹੋਣ ਲੱਗੀਆਂ ਅਤੇ ਥੋੜ੍ਹੇ ਹੀ ਸਮੇਂ ਵਿੱਚ ਇਹ ਇਲਾਕਾ ਇੱਕ ਅਪਵਾਦ ਦਾ ਖੇਤਰ ਯਾਨੀ ਕਨਫਲਿਕਟ ਜ਼ੋਨ ਬਣ ਗਿਆ, ਜਦੋਂ ਇਲਾਕਾਈ ਫੌਜ ਬਾਗੀ ਹੋ ਕੇ ਉਸ ਵੇਲੇ ਦੇ ਮਹਾਰਾਜਾ ਹਕੂਮਤ ਦੇ ਖਿਲਾਫ ਹੋ ਗਈ। ਇਸ ਬਗਾਵਤ ਦਾ ਫਾਇਦਾ ਲੈਂਦੇ ਹੋਏ ਸਾਧ ਸੰਗਤ ਪਾਕਿਸਤਾਨ ਫੌਜ ਨੇ ਆਜ਼ਾਦੀ ਦੇ ਕੁਝ ਮਹੀਨੇ ਅੰਦਰ ਹੀ ਪੁੰਛ ਦੀਆਂ 4 ਤਹਿਸੀਲਾਂ ਅਤੇ ਮੁਜ਼ੱਫਰਾਬਾਦ ਜ਼ਿਲ੍ਹੇ ਵਿਖੇ ਕਬਾਇਲੀਆਂ ਦੇ ਰੂਪ ਵਿੱਚ ਹਮਲਾ ਬੋਲ ਦਿੱਤਾ। ਅਕਤੂਬਰ 1947 ਵਿੱਚ ਹਮਲੇ ਸ਼ੁਰੂ ਹੋਏ ਸਾਧ ਸੰਗਤ।
ਜਿਨ੍ਹਾਂ ਵਿੱਚ ਹਜ਼ਾਰਾਂ ਮਾਸੂਮ ਜਾਨਾਂ ਕਤਲ ਕੀਤੀਆਂ ਗਈਆਂ ਅਤੇ ਹਮਲੇ ਦੌਰਾਨ ਬਹੁ ਗਿਣਤੀ ਵਿੱਚ ਵੱਖ-ਵੱਖ ਇਲਾਕਿਆਂ ਦੇ ਲੋਕ ਦੁਸ਼ਮਣ ਨਾਲ ਲੜਦੇ ਹੋਏ ਪੁੰਛ ਸ਼ਹਿਰ ਆ ਇਕੱਠੇ ਹੋਏ। ਨਵੰਬਰ ਮਹੀਨੇ 1947 ਦੇ ਅਖੀਰਲੇ ਦਿਨਾਂ ਤੱਕ ਕਬਾਇਲੀਆਂ ਨੇ ਹਵੇਲੀ, ਸਦਨੂਤੀ, ਬਾਗ, ਮੈਂਡਰ ਤਹਿਸੀਲਾਂ ਅਤੇ ਜ਼ਿਲ੍ਹਾ ਮੁਜ਼ੱਫਰਾਬਾਦ ਆਪਣੇ ਕਬਜ਼ੇ ਵਿੱਚ ਕਰਕੇ ਪੁੰਛ ਸ਼ਹਿਰ ਨੂੰ ਚਾਰੇ ਪਾਸੋਂ ਘੇਰ ਲਿਆ। ਕੁੱਲ 60,000 ਲੋਕ ਇਸ ਘੇਰਾਬੰਦੀ ਤੋਂ ਪ੍ਰਭਾਵਿਤ ਹੋਏ ਸਾਧ ਸੰਗਤ ਅਤੇ ਕਈਆਂ ਦੀ ਭੁੱਖ ਤੇ ਬਿਮਾਰੀ ਦੇ ਕਾਰਨ ਜਾਨ ਚਲੀ ਗਈ। ਇਸੇ ਸਮੇਂ ਦੌਰਾਨ ਸਾਧ ਸੰਗਤ 28 ਨਵੰਬਰ 1947 ਦੀ ਸ਼ਾਮ ਉਸ ਵੇਲੇ ਡੇਰਾ ਸਾਹਿਬ ਦੇ ਮਹਾਪੁਰਸ਼ ਮਹੰਤ ਭਾਈ ਬਚਿੱਤਰ ਸਿੰਘ ਜੀ ਨੂੰ ਸੰਗਤ ਦੇ ਰਾਹੀਂ ਇਹ ਸੂਚਨਾ ਮਿਲੀ ਕਿ ਕਬਾਇਲੀ ਉੱਤਰ ਵਾਲੇ ਪਾਸਿਓਂ ਯਾਨੀ ਨਾਰਦਰਨ ਸਾਈਡ ਤੋਂ ਕਿਰਨੀ ਸੈਕਟਰ ਘੁਸਪੈਠ ਕਰਕੇ ਪਿੰਡ ਸ਼ਾਹਪੁਰ ਮਜਦਾਰ ਤੱਕ ਪਹੁੰਚ ਚੁੱਕੇ ਹਨ ਅਤੇ ਪੱਛਮ ਯਾਨੀ ਵੈਸਟਰਨ ਸਾਈਡ ਦਰੁੰਗਲੀ ਪਾਰ ਕੋਜਰਾ ਪਿੰਡ ਤੇ ਬਾਂਡੀ ਚੇਚੀਆਂ ਮੌਜੂਦ ਪਾਏ ਗਏ ਹਨ। ਕਿਸੇ ਵੀ ਵਕਤ ਹਮਲਾ ਹੋਣ ਦੇ ਡਰ ਨਾਲ ਡੇਰੇ ਵਿੱਚ ਮੌਜੂਦ ਪਰਿਵਾਰਾਂ ਨੂੰ ਪੁੰਛ ਸ਼ਹਿਰ ਭੇਜ ਦਿੱਤਾ ਗਿਆ ਅਤੇ ਮੁਕਾਮੀ ਲੋਕਾਂ ਨੂੰ ਸਾਧ ਸੰਗਤ ਹਥਿਆਰ ਤੇ ਬਾਰੂਦ ਲਿਆਉਣ ਲਈ ਮਹੰਤ ਸਾਹਿਬ ਵੱਲੋਂ ਹੁਕਮ ਕੀਤਾ ਗਿਆ। ਰਾਤ ਹੋਣ ਤੋਂ ਪਹਿਲਾਂ ਹੀ ਸਾਧ ਸੰਗਤ ਕੁਝ 12 ਬੋਰ ਸਿੰਗਲ ਬੈਰਲ ਬੰਦੂਕਾਂ ਲਿਆਈਆਂ ਗਈਆਂ। ਡੇਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਔਰ ਇੱਕ ਤਾਰ ਦੇ ਖੰਭੇ ਦੇ ਆਧਾਰ ਸਿਰੇ ਤੋਂ ਮੋਟਾਰ ਯਾਨੀ ਤੋਪ ਬਣਾ ਕੇ ਐਮਰਜੈਂਸੀ ਲਈ ਸੰਗਤ ਵੱਲੋਂ ਤਿਆਰ ਰੱਖੀ ਗਈ। 28 ਨਵੰਬਰ ਦੀ ਰਾਤ ਤੋਂ ਹੀ ਡੇਰੇ ਤੇ ਮੌਜੂਦ 8 ਤੋਂ 10 ਸਿੰਘ ਚੌਕਸੀ ਤੇ ਖੜੇ ਹੋ ਗਏ ਅਤੇ ਅਗਲੇ ਦਿਨ ਸਵੇਰ ਤੱਕ ਸਮਾਂ ਸ਼ਾਂਤਮਈ ਲੰਘ ਗਿਆ। ਸਾਧ ਸੰਗਤ ਇਹ ਸ਼ਾਂਤੀ ਕੁਝ ਹੀ ਪਲਾਂ ਲਈ ਸੀ ਜਦੋਂ 29 ਨਵੰਬਰ 1947 ਸਵੇਰ 9:30 ਵਜੇ ਕਬਾਇਲੀਆਂ ਨੇ ਪੂਰੇ ਜ਼ੋਰ ਨਾਲ ਡੇਰਾ ਸਾਹਿਬ ਕੰਪਲੈਕਸ ਤੇ ਹਮਲਾ ਕਰ ਦਿੱਤਾ। ਅਚਾਨਕ ਗੋਲੀਬਾਰੀ ਦੇ ਪ੍ਰਕੋਪ ਨਾਲ ਅੰਮ੍ਰਿਤ ਵੇਲੇ ਡੇਰੇ ਤੇ ਆਈ ਸੰਗਤ ਵਿੱਚ ਦਹਿਸ਼ਤ ਫੈਲ ਗਈ। ਵੱਧ ਗਿਣਤੀ ਵਿੱਚ ਲੋਕ ਡੇਰੇ ਦੀ ਪੁਰਾਣੀ ਦਿਓੜੀ ਦੇ ਰਸਤੇ ਪੁੰਛ ਸ਼ਹਿਰ ਵੱਲ ਵਾਪਸ ਤੁਰ ਪਏ। ਗੋਲੀਬਾਰੀ ਦੇ ਜ਼ਰੀਏ ਕਬਾਇਲੀਆਂ ਨੇ ਕੁਝ ਹੀ ਸਮੇਂ ਵਿੱਚ ਸਾਧ ਸੰਗਤ ਚਾਰੇ ਪਾਸੋਂ ਡੇਰੇ ਨੂੰ ਘੇਰ ਲਿਆ ਅਤੇ ਅੰਦਰ ਬਾਹਰ ਦੀ ਆਵਾਜਾਈ ਨੂੰ ਵੀ ਮੁਸ਼ਕਿਲ ਬਣਾ ਦਿੱਤਾ। ਇਸ ਔਖੀ ਘੜੀ ਵਿੱਚ ਡੇਰੇ ਅੰਦਰ ਮੌਜੂਦ ਸੰਗਤ ਨੂੰ ਕੋਈ ਤੁਰੰਤ ਹੱਲ ਨਜ਼ਰ ਨਹੀਂ ਆਇਆ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਈ ਪੂਰਨ ਸਿੰਘ ਜੀ ਜੋ ਕਿ ਡੇਰਾ ਸਾਹਿਬ ਅਤੇ ਮਹਾਪੁਰਸ਼ਾਂ ਦੇ ਬਹੁਤ ਕਰੀਬੀ ਸਨ, ਉਹਨਾਂ ਆਪ ਮਹੰਤ ਬਚਿੱਤਰ ਸਿੰਘ ਜੀ ਨੂੰ ਹੱਥ ਜੋੜ ਕੇ ਡੇਰਾ ਸਾਹਿਬ ਛੱਡਣ ਦੀ ਬੇਨਤੀ ਕੀਤੀ ਔਰ ਇਹ ਭਰੋਸਾ ਦਿੱਤਾ ਕਿ ਫੌਜ ਦੇ ਆਉਣ ਤੱਕ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਏਗਾ। ਡੇਰਾ ਸਾਹਿਬ ਛੱਡਣ ਲਈ ਸਹਿਮਤ ਹੋਣ ਤੇ ਮਹੰਤ ਸਾਹਿਬ ਜੀ ਦੇ ਨਾਲ ਭਾਈ ਕਿਰਪਾਲ ਸਿੰਘ ਜੀ ਘਾਰੇ ਮੁਖਤਿਆਰ ਖਾਸੋਆਂ ਮੈਨੇਜਰ ਡੇਰਾ, ਭਾਈ ਮਦਨ ਸਿੰਘ ਜੀ ਸਪੁੱਤਰ ਮਹੰਤ ਭਾਈ ਰਤਨ ਸਿੰਘ ਜੀ, ਡਾਕਟਰ ਬਚਨ ਸਿੰਘ ਜੀ, ਭਾਈ ਕਰਤਾਰ ਸਿੰਘ ਜੀ ਲਾਂਗਰੀ ਡੇਰਾ ਅਤੇ ਹੋਰ ਸਿੱਖ ਸੰਸਥਾਵਾਂ ਦੇ ਪ੍ਰਮੁੱਖ ਪੁੰਛ ਸ਼ਹਿਰ ਲਈ ਰਵਾਨਾ ਹੋਏ। ਇਸ ਕਾਫਲੇ ਨੂੰ ਭਾਈ ਪੂਰਨ ਸਿੰਘ ਜੀ ਵੱਲੋਂ ਇੱਕ 12 ਬੋਰ ਸਿੰਗਲ ਬੈਰਲ ਰਾਈਫਲ ਆਪਣੀ ਸੁਰੱਖਿਆ ਲਈ ਵੀ ਦਿੱਤੀ ਗਈ। ਸਾਧ ਸੰਗਤ ਕਬਾਇਲੀਆਂ ਦੇ ਹਮਲੇ ਤੋਂ ਬਚਾਵ ਲਈ ਸਾਧ ਸੰਗਤ ਹੁਣ ਸਿਰਫ 7 ਸਿੰਘ ਡੇਰੇ ਵਿੱਚ ਮੌਜੂਦ ਸਨ। ਇਨ੍ਹਾਂ ਯੋਧਿਆਂ ਨੇ ਭਾਈ ਪੂਰਨ ਸਿੰਘ ਜੀ ਜੋ ਕਿ ਨੰਗਾਲੀ ਸਾਹਿਬ ਦੇ ਰਹਿਣ ਵਾਲੇ ਸਨ, ਉਹਨਾਂ ਦੀ ਅਗਵਾਈ ਵਿੱਚ ਡੇਰਾ ਕੰਪਲੈਕਸ ਦੀ ਪਹਿਲੀ ਮੰਜ਼ਿਲ ਦੇ ਹਾਲ ਅੰਦਰ ਮੋਰਚਾਬੰਦੀ ਕੀਤੀ। ਇਸ ਮੋਰਚਾ ਪਾਰਟੀ ਵਿੱਚ ਸਰਦਾਰ ਫਕੀਰ ਸਿੰਘ ਜੀ ਨੰਗਾਲੀ ਸਾਹਿਬ ਤੋਂ, ਸਰਦਾਰ ਨਾਨਕ ਸਿੰਘ ਜੀ ਨੰਗਾਲੀ ਸਾਹਿਬ ਤੋਂ, ਭਾਈ ਪ੍ਰੇਮ ਸਿੰਘ ਜੀ ਖੜੀ ਧਰਮਸਾਲ ਤੋਂ, ਸ਼੍ਰੀ ਅਮਰਚੰਦ ਜੀ ਜੋ ਕਿ ਇੱਕ ਡੋਗਰਾ ਫੌਜੀ ਸਨ ਤਹਿਸੀਲ ਪਲਾਂਦਰੀ ਤੋਂ, ਸਰਦਾਰ ਲਾਇਕ ਸਿੰਘ ਜੀ ਤਹਿਸੀਲ ਬਾਗ ਤੋਂ, ਭਾਈ ਭਗਤ ਸਿੰਘ ਜੀ ਦੱਤਾ ਇਹ ਵੀ ਤਹਿਸੀਲ ਬਾਗ ਤੋਂ ਸਨ। ਇਹ ਸਭ ਸਿੰਘ ਸਾਧ ਸੰਗਤ ਜੀ ਮੋਰਚਾ ਪਾਰਟੀ ਵਿੱਚ ਸ਼ਾਮਿਲ ਸਨ। ਮੋਰਚਾ ਪਾਰਟੀ ਨੂੰ ਉਪਲਬਧ ਹਥਿਆਰਾਂ ਵਿੱਚੋਂ ਕੁਝ ਮਜ਼ਲ ਲੋਡਿੰਗ ਰਾਈਫਲ ਸਨ। ਸਾਧ ਸੰਗਤ ਜੀ ਲੰਬੀ ਨਲੀ ਵਾਲੀ ਇਹ ਬੰਦੂਕ ਪੁਰਾਣੇ ਸਮੇਂ ਤੋਂ ਹੀ ਦੂਰ ਦੇ ਨਿਸ਼ਾਨਿਆਂ ਲਈ ਇਸਤੇਮਾਲ ਹੁੰਦੀ ਸੀ। ਇਸ ਤੋਂ ਇਲਾਵਾ ਨਜ਼ਦੀਕ ਦੇ ਫਾਇਰ ਲਈ ਸਾਧ ਸੰਗਤ ਕੁਝ 12 ਬੋਰ ਡਬਲ ਬੈਰਲ ਰਾਈਫਲ ਸਨ ਔਰ ਇੱਕ .777 ਬੋਰ ਡਬਲ ਬੈਰਲ ਰਾਈਫਲ ਜੋ ਕਿ ਬਹੁਤ ਹੀ ਜ਼ੋਰਦਾਰ ਅਤੇ ਸਟੀਕ ਨਿਸ਼ਾਨੇ ਵਾਲੀ ਬੰਦੂਕ ਸੀ ਜਿਸ ਦੇ ਵਿੱਚ ਪਿੱਤਲ ਦੇ ਕਾਰਤੂਸ ਇਸਤੇਮਾਲ ਹੁੰਦੇ ਸਨ ਔਰ ਕੁਝ ਤਲਵਾਰਾਂ ਵੀ ਸਾਧ ਸੰਗਤ ਸਿੰਘਾਂ ਕੋਲ ਮੌਜੂਦ ਸਨ। ਡੇਰਾ ਸਾਹਿਬ ਤੇ ਗੋਲੀਬਾਰੀ ਸਾਧ ਸੰਗਤ ਚਾਰੇ ਪਾਸੋਂ ਤੋਂ ਹੋ ਰਹੀ ਸੀ ਪਰ ਉੱਤਰ ਪੂਰਬੀ ਯਾਨੀ ਪਿੰਡ ਡੋਡਾ ਸ਼ਾਹਪੁਰ ਕਿਰਨੀ ਸੈਕਟਰ ਵਾਲੇ ਪਾਸੋਂ ਸਭ ਤੋਂ ਪ੍ਰਭਾਵਸ਼ਾਲੀ ਸੀ। ਸਰਦਾਰ ਪੂਰਨ ਸਿੰਘ ਜੀ ਨੇ ਮੋਰਚਾ ਪਾਰਟੀ ਦੀ ਅਗਵਾਈ ਕਰਦੇ ਹੋਏ ਸਰਦਾਰ ਫਕੀਰ ਸਿੰਘ ਜੀ ਨੂੰ ਪੂਰਬੀ ਪਾਸੇ, ਭਾਈ ਪ੍ਰੇਮ ਸਿੰਘ ਜੀ ਨੂੰ ਦੱਖਣ ਪਾਸੇ ਅਤੇ ਡੋਗਰਾ ਫੌਜੀ ਅਮਰ ਚੰਦ ਜੀ ਨੂੰ ਪੱਛਮ ਪਾਸੇ ਦੇ ਮੋਰਚਿਆਂ ਦੀ ਜ਼ਿੰਮੇਵਾਰੀ ਸੌਂਪੀ। ਰਣਨੀਤਿਕ ਉੱਤਰ ਵਾਲੇ ਪਾਸੇ ਦਾ ਮੋਰਚਾ ਜਿਹੜਾ ਕਿਰਨੀ ਸੈਕਟਰ ਵੱਲ ਸੀ ਔਰ ਜਿੱਥੋਂ ਭਾਰੀ ਮਾਤਰਾ ਵਿੱਚ ਗੋਲੀਬਾਰੀ ਹੋ ਰਹੀ ਸੀ ਸਾਧ ਸੰਗਤ, ਉਹ ਭਾਈ ਪੂਰਨ ਸਿੰਘ ਜੀ ਨੇ
ਆਪ ਸਾਂਭਿਆ। ਸਰਦਾਰ ਲਾਇਕ ਸਿੰਘ ਜੀ ਅਤੇ ਸਰਦਾਰ ਨਾਨਕ ਸਿੰਘ ਜੀ ਨੂੰ ਡੇਰਾ ਕੰਪਲੈਕਸ ਅੰਦਰ ਗਸ਼ਤ ਕਰਨ ਦੀ ਯਾਨੀ ਪੈਟਰੋਲਿੰਗ ਦੀ ਔਰ ਰਾਈਫਲ ਲੋਡਿੰਗ ਰੀਲੋਡਿੰਗ ਦੀ ਜ਼ਿੰਮੇਵਾਰੀ ਦਿੱਤੀ। ਸਰੀਰਕ ਤੌਰ ਤੇ ਅਪਾਹਿਜ ਹੋਣ ਦੇ ਬਾਵਜੂਦ ਸਾਧ ਸੰਗਤ ਸਰਦਾਰ ਲਾਇਕ ਸਿੰਘ ਜੀ ਦੇ ਹੌਸਲੇ ਬੁਲੰਦ ਸੀ। ਭਾਈ ਭਗਤ ਸਿੰਘ ਜੀ ਦੱਤਾ ਕੋਜਰਾ ਪਿੰਡ ਤੋਂ ਸ਼ੁਰੂਆਤੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਏ ਸਨ। ਸਾਧ ਸੰਗਤ ਸਮੇਂ ਦੇ ਨਾਲ ਗੋਲੀਬਾਰੀ ਦੀ ਘਣਤਾ ਅਤੇ ਦੁਸ਼ਮਣ ਦਾ ਦਬਾਅ ਵੱਧਦਾ ਜਾ ਰਿਹਾ ਸੀ ਅਤੇ ਡੇਰੇ ਵਿੱਚ ਸਿੰਘਾਂ ਦੀ ਮੋਰਚਾਬੰਦੀ ਇੱਕ ਔਖੀ ਚੁਣੌਤੀ ਦੇ ਤੌਰ ਤੇ ਉੱਭਰ ਰਹੀ ਸੀ। ਪਰ ਠਾਕੁਰਾਂ ਦੀ ਮਿਹਰ ਸਦਕਾ ਇਹ ਹਾਲਾਤ ਵੀ ਇਨ੍ਹਾਂ ਯੋਧਿਆਂ ਨੂੰ ਰੋਕ ਨਹੀਂ ਸਕੇ ਜਿਨ੍ਹਾਂ ਨੇ ਆਪਣੇ ਆਖਰੀ ਸਾਹ ਤੱਕ ਲੜਨ ਦਾ ਪੱਕਾ ਇਰਾਦਾ ਕੀਤਾ ਸੀ। ਸਿੰਘਾਂ ਵੱਲੋਂ ਇਹ ਲੜਾਈ ਸਾਧ ਸੰਗਤ ਇੱਕ ਨਿਸ਼ਚਿਤ ਰਣਨੀਤੀ ਨਾਲ ਲੜੀ ਗਈ। ਕਾਰਤੂਸਾਂ ਦੀ ਘਾਟ ਹੋਣ ਕਰਕੇ ਸਾਧ ਸੰਗਤ ਸੂਝ-ਬੂਝ ਨਾਲ ਦੁਸ਼ਮਣ ਦੀ ਹਰਕਤ ਨੂੰ ਵੇਖਦੇ ਹੋਏ ਗੋਲੀਬਾਰੀ ਰੁਕ-ਰੁਕ ਕੇ ਕੀਤੀ ਜਾਂਦੀ ਸੀ। ਇਹ ਦੁਸ਼ਮਣ ਨੂੰ ਚਕਮੇ ਵਿੱਚ ਪਾਉਣ ਲਈ ਸੀ ਸਾਧ ਸੰਗਤ ਅਤੇ ਦੁਸ਼ਮਣ ਇਸ ਨੂੰ ਆਪਣੀ ਜਿੱਤ ਸਮਝ ਕੇ ਜਦ ਡੇਰੇ ਦੇ ਹੋਰ ਨਜ਼ਦੀਕ ਵੱਧ ਕੇ ਖੁੱਲ੍ਹੇ ਇਲਾਕਿਆਂ ਵਿੱਚ ਆਉਂਦਾ ਤੇ ਸਿੰਘਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ। ਡੇਰੇ ਦੀਆਂ ਕੰਧਾਂ ਦੀ ਚੌੜਾਈ ਸਾਧ ਸੰਗਤ ਅਤੇ ਇਹਨਾਂ ਵਿੱਚ ਅਧੂਰੇ ਉਸਾਰੀ ਦੇ ਛੇਕ ਸਿੰਘਾਂ ਦੇ ਮੋਰਚਿਆਂ ਨੂੰ ਹੋਰ ਮਜ਼ਬੂਤੀ ਦਿੰਦੇ ਰਹੇ। ਮਹਾਪੁਰਸ਼ਾਂ ਦੀ ਰਹਿਮਤ ਸਦਕਾ ਸਾਧ ਸੰਗਤ ਰਣਨੀਤੀਆਂ ਨੇ ਕੰਮ ਕੀਤਾ ਔਰ ਕਾਫੀ ਸਮੇਂ ਤੱਕ ਸਿੰਘਾਂ ਨੇ ਡਟ ਕੇ ਮੁਕਾਬਲਾ ਕਰਦੇ ਹੋਏ ਕਬਾਇਲੀਆਂ ਨੂੰ ਡੇਰੇ ਤੋਂ ਦੂਰ ਰੱਖਿਆ। ਦੁਸ਼ਮਣ ਦੀ ਗੋਲੀਬਾਰੀ ਨੂੰ ਵੇਖਦੇ ਹੋਏ ਸਾਧ ਸੰਗਤ ਇਹ ਨਿਸ਼ਚਿਤ ਹੋ ਗਿਆ ਜਿਵੇਂ ਉਮੀਦ ਕੀਤੀ ਜਾ ਰਹੀ ਸੀ ਕਿ ਉੱਤਰ ਵਾਲੇ ਪਾਸਿਓਂ ਹੀ ਦੁਸ਼ਮਣ ਡੇਰੇ ਤੇ ਆਪਣਾ ਅੰਤਿਮ ਹਮਲਾ ਕਰੇਗਾ। ਸਰਦਾਰ ਲਾਇਕ ਸਿੰਘ ਜੀ ਹੁਣ ਪੂਰਬੀ ਮੋਰਚੇ ਵੱਲ ਆ ਗਏ ਸਾਧ ਸੰਗਤ ਅਤੇ ਸਰਦਾਰ ਫਕੀਰ ਸਿੰਘ ਜੀ ਨੇ ਭਾਈ ਪੂਰਨ ਸਿੰਘ ਜੀ ਨਾਲ ਉੱਤਰੀ ਮੋਰਚਾ ਸਾਂਭ ਲਿਆ। ਥੋੜਾ ਹੀ ਸਮਾਂ ਰਹਿ ਗਿਆ ਸੀ ਸਾਧ ਸੰਗਤ ਸੂਰਜ ਡੁੱਬਣ ਨੂੰ ਜਦੋਂ ਸੈਂਕੜੇ ਵਿੱਚ ਕਬਾਇਲੀਆਂ ਦੀ ਭੀੜ ਉੱਤਰ ਵਾਲੇ ਪਾਸਿਓਂ ਡੇਰੇ ਵੱਲ ਆਉਂਦੀ ਦਿਸੀ। ਟਕਦਮ ਹਥਿਆਰਾਂ ਨਾਲ ਲੈਸ ਦੋ ਕਬਾਇਲੀ ਇਸ ਭੀੜ ਦੀ ਅਗਵਾਈ ਕਰਦੇ ਹੋਏ ਜਦ ਖੁੱਲ੍ਹੇ ਇਲਾਕਿਆਂ ਵਿੱਚ ਪੈਰ ਪਾਉਣ ਲੱਗੇ ਤਾਂ ਉਸੇ ਮੌਕੇ ਭਾਈ ਪੂਰਨ ਸਿੰਘ ਜੀ ਔਰ ਫਕੀਰ ਸਿੰਘ ਜੀ ਨੇ ਸਟੀਕ ਨਿਸ਼ਾਨਾ ਲਾਉਂਦੇ ਹੋਏ ਛਾਤੀ ਤੇ ਫਾਇਰ ਕੀਤਾ ਅਤੇ ਦੋਨਾਂ ਪਠਾਨਾਂ ਦੀ ਮੌਕੇ ਤੇ ਮੌਤ ਹੋ ਗਈ। ਇਸ ਫਾਇਰਿੰਗ ਵਿੱਚ ਸਿੰਘਾਂ ਨੇ ਸੈਂਕੜੇ ਹੋਰ ਕਬਾਇਲੀ ਵੀ ਜ਼ਖਮੀ ਕਰ ਦਿੱਤੇ। ਇਸ ਸਫਲਤਾ ਨੇ ਸਾਧ ਸੰਗਤ ਯੋਧਿਆਂ ਦੇ ਮਨੋਬਲ ਨੂੰ ਹੱਲਾਸ਼ੇਰੀ ਦਿੱਤੀ। ਬਦਲੇ ਦੀ ਭਾਵਨਾ ਨਾਲ ਕਬਾਇਲੀਆਂ ਨੇ ਉੱਤਰੀ ਮੋਰਚੇ ਤੋਂ ਕੁਝ ਫੁੱਟ ਦੂਰ ਪਏ ਮੱਕੀ ਦੇ ਢੇਰ ਨੂੰ ਅੱਗ ਲਾ ਦਿੱਤੀ। ਭਾਈ ਪੂਰਨ ਸਿੰਘ ਜੀ ਸਾਧ ਸੰਗਤ ਵਿਸ਼ਵ ਯੁੱਧ ਇੱਕ ਦੌਰਾਨ ਬਤੌਰ ਅੰਗਰੇਜ਼ੀ ਫੌਜੀ ਨਾਰਥ ਵੈਸਟ ਫਰੰਟੀਅਰ ਵਿੱਚ ਕੰਮ ਕਰ ਚੁੱਕੇ ਸਨ ਅਤੇ ਕਬਾਇਲੀਆਂ ਦੇ ਬਦਲਾ ਲੈਣ ਦੀ ਆਦਤ ਤੋਂ ਚੰਗੀ ਤਰ੍ਹਾਂ ਵਾਕਿਫ ਸਨ। ਅੱਗੇ ਰਾਤ ਲੰਬੀ ਸੀ ਸਾਧ ਸੰਗਤ ਔਰ ਹਨੇਰੇ ਦਾ ਫਾਇਦਾ ਲੈਂਦੇ ਹੋਏ ਦੁਸ਼ਮਣ ਫਿਰ ਹਮਲੇ ਲਈ ਅੱਗੇ ਨਾ ਵੱਧ ਸਕੇ। ਆਪ ਜੀ ਸਿੰਘਾਂ ਨੂੰ ਵੱਧ ਸੁਚੇਤ ਅਤੇ ਸਾਵਧਾਨ ਰਹਿਣ ਲਈ ਕਹਿੰਦੇ ਰਹਿੰਦੇ ਸਨ। ਉਸ ਘੜੀ ਅਕਾਲ ਪੁਰਖ ਦੀ ਕੁਝ ਐਸੀ ਰਜ਼ਾ ਸੀ ਸਾਧ ਸੰਗਤ ਕਿ ਕਬਾਇਲੀਆਂ ਵੱਲੋਂ ਕੀਤੀ ਗਈ ਬੋਖਲਾਹਟ ਵਿੱਚ ਹਰ ਕਾਰਵਾਈ ਸਿੰਘਾਂ ਲਈ ਮਦਦਗਾਰ ਸਾਬਿਤ ਹੋ ਰਹੀ ਸੀ। ਮੱਕੀ ਦੀ ਬਲਦੀ ਅੱਗ ਨੇ ਵੀ ਵਾਜਿਬ ਦੂਰੀ ਤੱਕ ਉੱਤਰ ਪੂਰਬੀ ਪਾਸੇ ਦੁਸ਼ਮਣ ਤੇ ਨਜ਼ਰ ਰੱਖਣ ਵਿੱਚ ਮਦਦ ਕੀਤੀ ਅਤੇ ਡੇਰਾ ਕੰਪਲੈਕਸ ਅੰਦਰ ਦੀ ਮੂਵਮੈਂਟ ਨੂੰ ਵੀ ਆਸਾਨ ਕਰ ਦਿੱਤਾ। ਰਾਤ ਦੇ 9:30 ਵਜੇ ਸਾਧ ਸੰਗਤ ਸੈਨਾ ਦੇ ਆਉਣ ਤੇ ਦੁਸ਼ਮਣ ਭੱਜ ਗਿਆ। ਬ੍ਰਿਗੇਡੀਅਰ ਪ੍ਰੀਤਮ ਸਿੰਘ ਜੀ ਆਪਣੀ ਫੌਜ ਇੱਕ ਪੈਰਾ ਕੁਮਾਊਂ ਰੈਜੀਮੈਂਟ ਨਾਲ ਪੱਛਮ ਦੀ ਟੱਕੀ ਵਾਲੇ ਪਾਸਿਓਂ ਡੇਰੇ ਅੰਦਰ ਦਾਖਲ ਹੋਏ। ਬ੍ਰਿਗੇਡੀਅਰ ਸਾਹਿਬ ਨੇ ਭਾਈ ਪੂਰਨ ਸਿੰਘ ਜੀ ਤੋਂ ਜਦੋਂ ਪੁੱਛਿਆ ਕਿ ਤੁਸੀਂ ਕਿਤਨੇ ਸਿੰਘ ਹੋ, 7 ਸਿੰਘ ਸ਼ਬਦ ਸੁਣ ਕੇ ਉਹ ਹੈਰਾਨ ਹੋ ਗਏ ਸਾਧ ਸੰਗਤ ਅਤੇ ਕਹਿਣ ਲੱਗੇ ਤੁਸੀਂ ਧੰਨ ਹੋ ਜਿਨ੍ਹਾਂ ਨੇ ਕੇਵਲ 7 ਹੋਣ ਤੇ ਵੀ ਸੈਂਕੜੇ ਦੁਸ਼ਮਣਾਂ ਤੋਂ ਆਪਣੇ ਪਵਿੱਤਰ ਸਥਾਨ ਨੂੰ ਬਚਾਈ ਰੱਖਿਆ। ਦੂਜੀ ਸਵੇਰ ਬ੍ਰਿਗੇਡੀਅਰ ਸਾਹਿਬ ਨੇ ਸਾਰੇ ਇਲਾਕੇ ਦਾ ਭਲੀ ਭਾਂਤ ਜਾਇਜ਼ਾ ਲੈ ਕੇ ਹੁਕਮ ਕਰ ਦਿੱਤਾ ਸਾਧ ਸੰਗਤ ਕਿ ਸਾਨੂੰ ਇਹ ਇਲਾਕਾ ਖਾਲੀ ਕਰਨਾ ਪਵੇਗਾ। ਉਹਨਾਂ ਦੇ ਮੁਤਾਬਿਕ ਉਸ ਸਮੇਂ ਪੁੰਛ ਸ਼ਹਿਰ ਦਾ ਘੇਰਾ ਤੋੜਨਾ ਜ਼ਿਆਦਾ ਜ਼ਰੂਰੀ ਸੀ ਸਾਧ ਸੰਗਤ। ਉਹਨਾਂ ਦੇ ਬੋਲ ਸਨ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਾਂਗੇ। ਡੇਰਾ ਸਾਹਿਬ ਨੂੰ ਖਾਲੀ ਕਰਨ ਦੇ ਹੁਕਮ ਤੇ ਮੋਰਚਾ ਪਾਰਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਭੀੜਾਂ ਨੂੰ ਮਰਿਆਦਾ ਅਨੁਸਾਰ ਬਾਅਦਬ ਢੰਗ ਨਾਲ ਪੁੰਛ ਸ਼ਹਿਰ ਪਹੁੰਚਾਇਆ ਔਰ ਤੋਸ਼ੇਖਾਨੇ 'ਚੋਂ ਕੀਮਤੀ ਹਵਾਲੇ ਅਤੇ ਦਸਤਾਵੇਜ਼ ਵੀ ਇਕੱਠੇ ਕਰਕੇ ਵਾਪਸ ਸ਼ਹਿਰ ਵੱਲ ਲਿਆਏ ਗਏ।
ਡੇਰਾ ਸਾਹਿਬ ਖਾਲੀ ਹੋਣ ਦੇ 1 ਮਹੀਨੇ ਬਾਅਦ ਕਬਾਇਲੀਆਂ ਨੇ ਇਸ ਨੂੰ ਅਗਨ ਭੇਂਟ ਕਰ ਦਿੱਤਾ ਔਰ ਤਕਰੀਬਨ 10 ਮਹੀਨੇ ਬਾਅਦ ਭਾਰਤੀ ਫੌਜਾਂ ਨੇ ਇਸ ਇਲਾਕੇ ਤੇ ਦੁਬਾਰਾ ਕਬਜ਼ਾ ਕੀਤਾ। 14 ਦਸੰਬਰ 1947 ਨੂੰ ਮਹੰਤ ਬਚਿੱਤਰ ਸਿੰਘ ਜੀ ਦੀ ਕਿਆਦਤ ਵਿੱਚ ਬਣੀ ਕਮੇਟੀ ਵੱਲੋਂ 7 ਸੂਰਬੀਰਾਂ ਨੂੰ ਸਨਮਾਨਿਤ ਕਰਨ ਲਈ ਸਾਧ ਸੰਗਤ ਵਿਸ਼ੇਸ਼ ਸਮਾਰੋਹ ਖਾਲਸਾ ਗਰਾਊਂਡ ਪੁੰਛ ਆਯੋਜਿਤ ਕੀਤਾ ਗਿਆ। ਮਹਾਂਪੁਰਸ਼ਾਂ ਅਤੇ ਕਮੇਟੀ ਮੈਂਬਰਾਂ ਨੇ 7 ਸੂਰਬੀਰਾਂ ਦੀ ਰੱਜ ਕੇ ਸ਼ਲਾਘਾ ਕੀਤੀ, ਜਿਨ੍ਹਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਾਵਨ ਡੇਰੇ ਦੀ ਰਾਖੀ ਕੀਤੀ। ਸਰਦਾਰ ਭਗਤ ਸਿੰਘ ਜੀ ਦੱਤਾ ਜਿਹੜੇ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ, ਸਾਧ ਸੰਗਤ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਮਹੰਤ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਡੇਰਾ ਸਾਹਿਬ ਵੱਲੋਂ 5 ਸੂਰਬੀਰਾਂ ਨੂੰ ਚਾਂਦੀ ਦੇ ਤਗਮੇ ਅਤੇ ਇੱਕ ਡੋਗਰਾ ਫੌਜੀ ਨੂੰ ਦਸਤਾਰ ਭੇਂਟ ਕੀਤੀ। ਜਾਓ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਸਾਧ ਸੰਗਤ ਆਪ ਜੀ ਦੀ ਸ਼੍ਰੋਮਣੀ ਡੇਰਾ ਸੰਤਪੁਰਾ ਨੰਗਾਲੀ ਸਾਹਿਬ ਵੱਲ ਸ਼ਰਧਾ ਨੂੰ ਵੇਖਦੇ ਹੋਏ ਦਾਸ ਵੱਲੋਂ ਸੂਰਬੀਰਾਂ ਨੂੰ ਸ਼ਰਧਾਂਜਲੀ ਤੌਰ ਤੇ ਇਹ ਛੋਟਾ ਜਿਹਾ ਚਾਨਣ ਇਸ ਇਤਿਹਾਸਿਕ ਘਟਨਾ ਉੱਤੇ, ਜਿਸ ਦੇ ਬਾਰੇ ਬੜੇ ਘੱਟ ਲੋਕ ਜਾਣੂ ਸਨ। ਭੁੱਲਾਂ ਗਲਤੀਆਂ ਮਾਫ ਕਰਨੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।